हिजकियल 46 बाब हिजकियल 46 बाब ਉਹਦੀ 20 ਆਇਤ ਅਤੇ 24 ਆਇਤ। हिजकियल 46 ਉਹਦੀ 20 ਆਇਤ ਤੇ 24। ਤਦ ਉਹਨੇ ਮੈਨੂੰ ਆਖਿਆ ਇਹ ਉਹ ਥਾਂ ਹੈ ਜਦ ਉਹਨੇ ਮੈਨੂੰ ਆਖਿਆ ਇਹ ਉਹ ਜਗ੍ਹਾ ਆ ਜਿਸ ਵਿੱਚ ਜਾਜਕ ਦੋਸ਼ ਦੀ ਬਲੀ ਜਿਸ ਵਿੱਚ ਜਾਜਕ ਦੋਸ਼ ਦੀ ਬਲੀ ਅਤੇ ਪਾਪ ਦੀ ਬਲੀ ਪਾਪ ਦੀ ਬਲੀ ਉਬਾਲਣਗੇ ਉਬਾਲਣਗੇ ਅਤੇ ਮੈਦੇ ਦੀ ਭੇਡ ਪਕਾਉਣਗੇ। ਹਾਂਜੀ ਮਤੇ ਉਹ ਉਹਨਾਂ ਨੂੰ ਬਾਹਰਲੇ ਵਿਹੜੇ ਵਿੱਚ ਲੈ ਜਾ ਕੇ ਲੋਕਾਂ ਨੂੰ ਪਵਿੱਤਰ ਕਰਨ। ਹਾਂਜੀ ਤਦ ਉਹਨੇ ਮੈਨੂੰ ਆਖਿਆ ਕਿ ਇਹ ਉਬਾਲਣ ਦੇ ਘਰ ਹਨ ਜਿੱਥੇ ਭਵਨ ਦੇ ਸੇਵਾਦਾਰ ਲੋਕਾਂ ਦੀਆਂ ਬਲੀਆਂ ਉਬਾਲਣਗੇ। ਇਹ ਉਬਾਲਣ ਦੇ ਘਰ ਨੇ ਜਿੱਥੇ ਭਵਨ ਦੇ ਸੇਵਾਦਾਰ ਲੋਕਾਂ ਦੀਆਂ ਬਲੀਆਂ ਨੂੰ ਕੀ ਕਰਨਗੇ? ਉਬਾਲਣ। उर्दू 24 आयत पढ़ो। तब उसने मुझे फरमाया ये चूल्हे हैं जहां हैकल के खादिम लोगों के जबीहे उबालेंगे। लोगों के जबीहे उबालेंगे। तो जिहड़ी बली उबाली जाती है जदों बली नूं उबालिया जांदा उदों की हुंदा? उबालन दे नाल ओदा अपना रंग रूप जिहड़ा की हो जांदा चला जांदा। ओदी कठोरता चली जाती। तो अज असी उबली हुई बली बनना खुदा दे सामने उबलियां होइयां बलियां जिहड़ियां हुंदियां ने जिहड़ियां उबालियां जांदियां ने ਉਹਦੇ ਵਿੱਚ ਕੀ ਹੁੰਦਾ ਹੈ? ਜਿਵੇਂ ਉਸ ਸਮੇਂ ਜਾਜਕ ਲੋਕ ਪਾਪ ਬਲੀ ਦੋਸ਼ ਬਲੀ ਨੂੰ ਉਬਾਲਦੇ ਸਨ ਤੇ ਜਦੋਂ ਉਹ ਬਲੀ ਉਬਾਲੀ ਜਾਂਦੀ ਸੀ ਉਬਾਲੀ ਗਈ ਬਲੀ ਦਾ ਰੰਗ ਖਤਮ ਹੋ ਜਾਂਦਾ, ਉਹਦਾ ਉਹ ਪਹਿਲੇ ਵਾਲਾ ਰੰਗ ਨਹੀਂ ਰਹਿੰਦਾ। ਫਿਰ ਉਹਦੇ ਅੰਦਰ ਜਦੋਂ ਉਬਾਲੀ ਜਾਂਦੀ ਆ ਉਹ ਕੀ ਹੋ ਜਾਂਦੀ ਆ? ਪੂਰੀ ਤਰ੍ਹਾਂ ਨਰਮ ਹੋ ਜਾਂਦੀ ਆ ਕਿ ਨਹੀਂ? ਭਾਵੇਂ ਉਹ ਬਲਦ ਨੂੰ ਬਲੀ ਚੜਾਉਂਦੇ ਸੀ, ਭਾਵੇਂ ਬੱਕਰਾ ਚੜਾਉਂਦੇ ਸੀ, ਭਾਵੇਂ ਭੇਡ ਚੜਾਉਂਦੇ ਸੀ, ਪਹਿਲੇ ਵਾਲਾ ਸ਼ਕਲ ਪਹਿਲੇ ਵਾਲਾ ਰੂਪ ਉਹਦਾ ਉੱਤੇ ਨਹੀਂ ਰਹਿੰਦਾ। ਇਸੇ ਤਰੀਕੇ ਦੇ ਨਾਲ ਅੱਜ ਜਿਹੜਾ ਖੁਦਾ ਦਾ ਚੁਣਿਆ ਹੋਇਆ ਬੰਦਾ ਹੁੰਦਾ, ਖੁਦਾ ਦਾ ਚੁਣਿਆ ਹੋਇਆ ਜਨ ਹੁੰਦਾ, ਖੁਦਾ ਦਾ ਬੁਲਾਇਆ ਗਿਆ, ਜਿਹਨੂੰ ਖੁਦਾ ਨੇ ਆਪਣੇ ਵਾਸਤੇ ਬੁਲਾ ਲਿਆ ਹੈ, ਇਹ ਉਬਲ ਸਵੈ ਪਹਿਚਾਣ ਦਾ ਖਤਮ ਹੋ ਜਾਣਾ। ਜਿਹੜੀ ਪਹਿਚਾਣ ਖੁਦੀ ਮੈਂ ਖਤਮ ਹੋ ਜਾਵੇਗੀ ਉਬਲ ਕੇ। ਜਦੋਂ ਉਬਾਲਿਆ ਜਾਂਦਾ ਤੇ ਬਲੀ ਨੂੰ ਉਬਾਲਿਆ ਪਤੀਲਿਆਂ 'ਚ ਜਾਂਦਾ ਸੀਗਾ, ਦੇਗਾਂ 'ਚ ਉਬਾਲਿਆ ਜਾਂਦਾ ਸੀ, ਵੱਡੇ ਵੱਡੇ ਉਹ ਕੜਾਏ ਬਲੀ ਨੂੰ ਜਦੋਂ ਉਬਾਲਿਆ ਜਾਂਦਾ ਸੀ ਤੇ ਉਬਾਲਣ ਲਈ ਥੱਲੇ ਅੱਗ ਡਾਈ ਜਾਂਦੀ ਸੀ। ਉਹਨਾਂ ਚਿਰ ਉਹਨੂੰ ਉਬਾਲਿਆ ਜਾਂਦਾ ਸੀ ਜਿੰਨਾ ਚਿਰ ਉਹ ਪੂਰੀ ਤਰ੍ਹਾਂ ਪੱਕ ਨਹੀਂ ਜਾਂਦੀ। ਤੁਹਾਡੇ ਅੰਦਰ ਕਠੋਰਤਾ ਹੋ ਸਕਦੀ ਆ, ਤੁਸੀਂ ਕਠੋਰ ਹੋ ਸਕਦੇ ਜੇ, ਉਹਨਾਂ ਚਿਰ ਉਬਾਲਿਆ ਜਾਵੇਗਾ ਜਿੰਨਾ ਚਿਰ ਕਠੋਰਤਾ ਖਤਮ ਨਹੀਂ ਹੋ ਜਾਂਦੀ। ਤੁਹਾਡਾ ਪਾਪ ਜਿਹੜਾ ਤੁਹਾਡੇ ਅੰਦਰ ਆ ਉਹਨਾਂ ਚਿਰ ਉਬਾਲਿਆ ਜਾਵੇਗਾ ਜਿੰਨਾ ਚਿਰ ਪਾਪ ਦਾ ਅਸਰ ਤੁਹਾਡੇ ਅੰਦਰੋਂ ਨਿਕਲ ਨਹੀਂ ਜਾਂਦਾ। ਕੱਚੇ ਨੂੰ ਖਾਓਗੇ ਉਹਦਾ ਸਵਾਦ ਹੋਰ ਹੋਵੇਗਾ, ਉਬਲਿਆ ਹੋਇਆ ਜਿਹੜਾ ਉਹ ਬੇਸਵਾਦਾ ਹੋ ਜਾਂਦਾ। ਹੁੰਦਾ ਕਿ ਨਹੀਂ? क्योंकि एक बारी बेसवादा ਉਹਦਾ ਸਵਾਦ ਜਾਣਾ ਚਾਹੀਦਾ ਅੰਦਰੋਂ। ਪਾਪ ਤੁਹਾਡੇ ਅੰਦਰ
उबलण वाली बली इस करके बनना आ कि अंदर जिहड़ी कठोरता आ ਉਹਦੇ ਵਿੱਚ ਵੀ ਲਿਖਿਆ ਸੀ ਇੱਕ ਅੰਤਰੇ ਦੇ ਵਿੱਚ ਹਰ ਵੇਲੇ ਹੁੰਦੇ ਰਹਿੰਦੇ ਹਨ ਦਿਲ ਜਿਨ੍ਹਾਂ ਦੇ ਗੁਮਰਾਹ ਹਰ ਵੇਲੇ ਹੁੰਦੇ ਰਹਿੰਦੇ ਹਨ ਦਿਲ ਜਿਨ੍ਹਾਂ ਦੇ ਗੁਮਰਾਹ ਨਾ ਰੱਖਦੇ ਮੇਰੇ ਰਾਹਾਂ ਦੀ कुछ जरा भी परवाह ना रख दे मेरे राह दी कुछ जरा भी परवाह जे अज दे दिन सब सुन दे हो आवाज हवा दी ना पत्थर अपना दिल बनाओ तुसी भी ते मतलब कि कठोरता जिन्ना चिर निकल नहीं जाती जिन्ना चिर पाप वाला सुभाव अंदरों निकल नहीं जाता जिन्ना चिर तुहाडे अंदरों बुराई का असर निकल नहीं जाता उन्ना चिर उबालिया जाएगा उबली हुई बली जिहड़ी हुंदी सी ओह नरम हुंदी आ फिर तुसी हर पासे ढालू हो जाओगे नम्रता ही तुहाडे अंदर होवेगी सहनशीलता तुहाडे अंदर होवेगी प्यार तुहाडे अंदर होवेगा वो इलाही प्यार तुहाडे अंदर होवेगा तुहानू अपनी पहचान नू एक बारी गवाउणा पवेगा यीशु मसीह के बारे में लिखा गया जदों यशायाह ने उहदे रूप नू देखिया उहने पहला तो ही ਉਹਨੂੰ देख लिया कि जदों वो कुर्बान किया जाएगा कुर्बानी के वक्त ਉਹਦਾ रूप स्वरूप हो जाएगा पढ़ देवांगे यशायाह 53 ਦੀ 3 1 ਤੋਂ 3 तक पढ़ देवांगे ਸਾਡੇ ਪ੍ਰਚਾਰ ਦੀ ਕਿਹਨੇ ਪ੍ਰਤੀਤ ਕੀਤੀ ਅਤੇ ਯਹੋਵਾ ਦੀ ਭੁਜਾ ਕਿਹਦੇ ਉੱਤੇ ਪ੍ਰਗਟ ਹੋਈ ਯਹੋਵਾ ਦੀ ਭੁਜਾ ਕਿਹਦੇ ਉੱਤੇ ਪ੍ਰਗਟ ਹੋਈ ਉਹ ਤਾਂ ਕੁੰਭਲ ਵਾਂਗੂ ਉਹਦੇ ਅੱਗੇ ਅਤੇ ਸੁੱਕੀ ਧਰਤੀ ਵਿੱਚੋਂ ਜੜ ਵਾਂਗੂ ਫੁੱਟ ਨਿਕਲਿਆ ਉਸ ਦਾ ਨਾ ਕੋਈ ਰੂਪ ਉਹਦਾ ਨਾ ਕੋਈ ਰੂਪ ਸੀਗਾ ਨਾ ਕੋਈ ਸਰੂਪ ਸੀ ਨਾ ਕੋਈ ਸਰੂਪ ਸੀਗਾ ਅਤੇ ਜਦ ਅਸੀਂ ਉਹਨੂੰ ਵੇਖੀਏ ਤਾਂ ਕੋਈ ਸੁਹੱਪਣ ਨਹੀਂ ਜਦੋਂ ਅਸੀਂ ਉਹਨੂੰ ਵੇਖੀਏ ਤੇ ਕੋਈ ਸੁਹੱਪਣ ਨਹੀਂ ਭਾਈ ਅਸੀਂ ਉਹਨੂੰ ਪਸੰਦ ਕਰੀਏ ਸਿਰ ਤੇ ਕੰਨਿਆਂ ਦਾ ਤਾਜ दाढ़ी पुट्टी जा चुकी आ मुंह ने मार मार के ओदा रूप बिगड़ चुका आ ओदी ओ सूरत नहीं रही जिन्हां ने पैशन ऑफ क्राइस्ट फिल्म देखी सी ओदे विच दिखाया गया कि ओदा चेहरा किस तरह दा हो चुका सीगा एदा मतलब ओदा कोई सुहापन नहीं रहा जिन्हें उबली हुई बड़ी बनना ओदा सुहापन जांदा रहिंदा स्वै पहचान जांदी रहिंदी ओ सारी सृष्टि दा मालिक सीगा ओदे द्वारा सारी सृष्टि दी रचना कीती गई पर परमेश्वर के तुल्य होके उन्हें उहदे बराबर अपने आप नूं बल्कि की कीता उन्हें अपने आप को शून्य कर दिता अपने आप को सखना कर दिता ते दास का रूप धारण कर लिया उन्हें दास का रूप धारण कर लिया हर तरह की खुदी तो रैत कमंड तो रैत मैं तो रैत बिगड़िया होया स्वरूप से जदों तुहानू खुदा उबालेगा क्योंकि तुहानू एक उबली हुई भेंट बनाना तुहाडी वो पहचान नहीं रहेगी तुसी कहना कि मैं वो पहले वाला रहा ही नहीं पहला मेरा कितना वधिया रुतबा सीगा कितनी शान सी कितने लोग मेरी आदर करते सी हुण मेरे परिवार वाले भी नहीं पुछदे दाऊद कहंदा अयूब कहंदा जान पहचान भी कहंदा हुण मेरे कोलों की हो गए ने वख हो गए ने कहंदे ने मैं साडे तो ये दूर चले गए ने जान पहचान सब में तो डर दे जान पहचान सब में तो डर दे राम तो वकलिया राम तो वकलिया करी रबा तू दिया कहता कि उन्होंने मेरे तो राह वखरा कर लिया
कहता जान पहचान मेथों वक्रे हो गए ने। अयूब ने भी अपने तजर्बे दे विच लिखिया, दाऊद ने भी लिखिया, कहता सब छड्ड गए ने। तो इहदा मतलब की पहचान जाती रहिंदी आ, पहले वाली पहचान नहीं रहेगी। देगचे दे विच पैना वा, देग दे विच पैना आ, पतीले दे विच पैना आ, वो जिहड़ा थल्ले सेक आ उहने तुहाडी पहचान नूं खत्म कर देना है। फिर एक नवी पहचान आवेगी, नवा रूप आवेगा, नवा स्वाद आवेगा। तुहाडी जिंदगी नूं खाण तो भी फिर स्वाद आवेगा। तुसी दूजे वास्ते एक भोजन बन जावोगे, दूजे दे वास्ते एक रोटी बन जावोगे, दूजे दे वास्ते एक ताकत बन जावोगे, दूजे दे वास्ते एक शांति बन जावोगे, दूजे दे वास्ते एक ब्लैसिंग बन जावोगे। तुहानू खुदा दूजियां दे वास्ते ब्लैसिंग बनाना चाहुंदा, तुहानू दूजियां वास्ते शांति बनाना चाहुंदा, तुहानू दूजियां वास्ते छुटकारा बनाना चाहुंदा, तुहानू दूजियां दे वास्ते। तो इसका मतलब कि वो उबली हुई बड़ी पौलुस जदों देग दे विच पै गया, जदों पतीलियां दे विच पै गया, वो अपनी पहचान दसदा कि मेरी किद्दां दी पहचान हो गई है। हुण पहला की सी, पहला करंथियां 4 बाब 9 तो 13 9 तो 13। मैं तां समझदा हां भाई परमेश्वर ने असां रसूलां नूं सबना तो शेकड़ दे करके कतल होण वालियां वर्गे प्रगट कीता, क्यों जो असी जगत दे दूतां अते मनुखां दे लई एक तमाशा बने होए। इहदा असी जगत दे दूतां ते मनुखां दे वास्ते की बने होए आ? तमाशा बने होए आ। असी मसीह दे निमित्त मूर्ख हां। कहंदा असी मसीह दे निमित्त मूर्ख आ, पर तुसी मसीह विच सियाणे हो। पर तुसी की जे सियाणे जी। पंजाबी नहीं दोनों पढ़ दो 13 तक। मेरी पूरा कर लो 13 तक फिर हिंदी। असी निर्बल हां पर तुसी बलवंत हो, तुसी प्रताप वाले हो पर असी बेपत हां। इस घड़ी तक असी भुखे तिहाई नंगे हां अते मुक्के खांदे अते बेटिकाणा फिरदे हां अते अपने हत्थां नाल काम धंधे करके मेहनत करदे हां। असी गालियां खा के असीस दिंदे हां, जां सानू सताउंदे हन तां असी सहंदे हां, जां साडी निंदिया करदे हन तां असी बेनती करदे हां। असी हुण तीकर जगत दे कूड़े वर्गे अते सबना वस्तां दे झाड़न बने होए। सबना वस्तां दे झाड़न जगत दे कूड़े वर्गे कहंदा। असी कौन है कहंदा? कादे कारण इदां हो गए? पतीलियां च पैण कर, देग च पैण करके। हिंदी थोड़ी। मेरी समझ में परमेश्वर ने हम प्रेरितों को सबके बाद उन लोगों के समान ठहराया है जिनकी मृत्यु की आज्ञा हो चुकी हो, क्योंकि हम जगत और स्वर्गदूतों और मनुष्यों के लिए एक तमाशा ठहरे हैं। जगत स्वर्ग दूतां ते मनुष्यां दे अगे की ठहरे हैं? तमाशा। हाँ जी। हम मसीह के लिए मूर्ख हैं, परंतु तुम मसीह में बुद्धिमान हो। हम निर्बल हैं, परंतु तुम बलवान हो। तुम आदर पाते हो, परंतु हम निरादर होते हैं। तुसी आदर पाउंदे जे, असी निरादर। हाँ जी। हम इस घड़ी तक भूखे प्यासे और नंगे हैं और घूसे खाते हैं और मारे मारे फिरते हैं और अपने ही हाथों से काम करके परिश्रम करते हैं। लोग हमें बुरा कहते हैं, हम आशीष देते हैं। वह सताते हैं, हम सहते हैं। वह बदनाम करते हैं, हम विनती करते हैं। हम आज तक जगत का कूड़ा और सब वस्तुओं की खुरचन के समान ठहरे हैं। तो ये वो अपनी पहचान दस रहा पौलुस कि असी की हाँ, क्योंकि जिन्हें उबली हुई भेंट बनना, उबली हुई बलि बनना खुदा दे सामने, एक बारी स्वै पहचान खत्म हो जाती है। यसू मसीह की एक बारी स्वै पहचान जाती रही। मूसा फिरौन के महलों के पढ़िया 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 लिखिया इंजीनियर, 40 साल खुदा ने उन्होंने जंगलों च भेड़ बकरियां के पिछे भजाया,
ਉਹਦੀ ਸੁਭਾਅ ਪਹਿਚਾਣ ਖਤਮ ਹੋ ਗਈ ਕਿ ਪੜਿਆ ਲਿਖਿਆ ਇੰਜੀਨੀਅਰ ਆ, ਉਹਦੀਆਂ ਡਿਗਰੀਆਂ ਦੀ ਵੈਲਿਊ ਖਤਮ ਹੋ ਗਈ, ਉਹਦੀ ਪੜ੍ਹਾਈ ਦੀ ਵੈਲਿਊ ਖਤਮ ਹੋ ਗਈ, ਮੁਹੱਲਾ ਵਾਲਾ ਰੁਤਬਾ ਖਤਮ ਹੋ ਗਿਆ, ਮੁਹੱਲਾ ਵਾਲਾ ਰਹਿਣ ਸਹਿਣ ਖਤਮ ਹੋ ਗਿਆ, ਉਹ ਸ਼ਾਹੀ ਠਾਠ ਬਾਠ ਸਭ ਜਾਂਦਾ ਰਿਹਾ। ਉਹ ਪਹਿਚਾਣ ਜਾਂਦੀ ਰਹੀ, ਕਿੱਥੇ ਨੌਕਰਾਂ ਨੂੰ ਹੁਕਮ ਦੇਣਾ, ਸਭ ਕੁਝ ਹਾਜ਼ਰ। ਸ਼ਾਹੀ ਲਿਬਾਸ, ਮਹੱਲ ਚੋਂ ਬਾਹਰ ਨਿਕਲਦੇ ਹੋਣਗੇ, ਸਲਾਮਾਂ ਹੁੰਦੀਆਂ ਹੋਣਗੀਆਂ, ਸਲੂਟ ਹੁੰਦੇ ਹੋਣਗੇ, ਤੇ ਕਿੱਥੇ ਸੋਟੀ ਫੜ ਕੇ ਭੇਡਾਂ ਬੱਕਰੀਆਂ ਨੂੰ ਚਾਰ ਰਿਹਾ, ਜੰਗਲਾਂ ਦੇ ਵਿੱਚ ਭਟਕ ਰਿਹਾ। 40 ਸਾਲ ਉਹਦੀ ਸਵੈ ਪਹਿਚਾਣ ਖਤਮ ਕਰਨ ਵਾਸਤੇ ਲੱਗ ਗਏ, ਕਿਉਂਕਿ ਖੁਦਾ ਉਹਨੂੰ ਲੋਕਾਂ ਦੇ ਵਾਸਤੇ ਇੱਕ ਸਵਾਦ ਬਣਾਉਣਾ ਚਾਹੁੰਦੇ ਸੀ ਕਿ ਉਹ ਲੋਕਾਂ ਦੇ ਵਾਸਤੇ एक छुटकारे का कारण बन जाए, उन्होंने पीड़ा के वास्ते एक शांति का कारण बन जाए, उन्होंने मंडल से पहुंचाने वाला बन जाए, वो वायदा की हुई धरती से पहुंचाने वाला बन जाए, वो वायदा की हुई कनान पहुंचाने वाला बन जाए। इस करके चुने हुए लोगों ध्यान जाओ, उबली हुई भेंट बनना पवेगा ते दूजियां दे वास्ते स्वादिष्ट खाना बनोगे। हालेलुया, हालेलुया, हालेलुया। दाऊद दे बारे की कहंदा, भजन संहिता 34, जबूरां दी पोथी 34 ओदी 18 है। ਯਹੋਵਾ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ ਅਤੇ ਕੁਚਲੀਆਂ ਆਤਮਾ ਵਾਲਿਆਂ ਨੂੰ ਬਚਾਉਂਦਾ ਹੈ। ਯਹੋਵਾ ਟੁੱਟੇ ਦਿਲ ਵਾਲਿਆਂ ਦੇ ਨੇੜੇ ਆ, ਕਿਉਂਕਿ ਇੱਕ ਵਾਰੀ ਟੁੱਟਣਾ ਪਵੇਗਾ, ਉਹ ਸਾਰੀ ਖੁਦੀ ਤੋਂ ਟੁੱਟਣਾ ਪਵੇਗਾ, ਆਪਣੀ ਸਵੈ ਪਹਿਚਾਣ ਤੋਂ ਟੁੱਟਣਾ ਪਵੇਗਾ। ਬਲੀ ਜਦੋਂ ਪਤੀਲਿਆਂ 'ਚ ਪਾਈ ਜਾਂਦੀ ਸੀ, ਸਾਬਤ ਬਲੀ ਨਹੀਂ ਕਦੀ ਪਈ ਵੇਖੀ ਹੋਵੇਗੀ। ਮੰਨ ਲਓ ਬੱਕਰੇ ਦੀ ਜਾਂ ਭੇਡ ਨੂੰ ਜਾਂ ਬਲਦ ਨੂੰ ਕਹੀਏ ਵੀ ਸਬੂਤਾ ਹੀ ਉਹਦੇ ਵਿੱਚ ਪਤੀਲੇ 'ਚ ਸੁੱਟ ਦਿੱਤਾ ਜਾਵੇ ਤੇ ਬਾਹਰ ਫੇਰ ਕੱਢਿਆ ਜਾਵੇ, ਪਤਾ ਲੱਗ ਜੇ ਕਿ ਇਹ ਬਲਦ ਆ, ਜਾਂ ਇਹ ਬੱਕਰਾ ਆ, ਜਾਂ ਇਹ ਭੇਡ ਹੀ ਆ, ਇਹ ਨਹੀਂ ਫਿਰ ਪਤਾ ਲੱਗੇਗਾ। ਕੱਟਣਾ ਨਿੱਕਾ ਨਿੱਕਾ ਕਰਕੇ ਵਿੱਚ ਪਤੀਲੇ ਦੇ ਪਾਉਂਦੇ ਸੀ। कहता कि यहोवा टूटे दिल वालियां दे की हिंदी पढ़ो, यहोवा टूटे मन वालों के समीप रहता है। टूटे मन वालों के टूट जाएगा एक बार इंसान, एक बार टूटना पड़ेगा। यीशु मसीह भी तोड़िया गया, यीशु मसीह नूं तोड़िया गया। 5 रोटियां जिहड़ियां तोड़ियां सीगियां, मैं पहला भी दसिया कि वो की सी, ये 5 ज्ञान इंद्रियां तोड़ियां सी जिहड़ियां मनुख दियां ने, कि यीशु मसीह ने प्रगट कर दिता सी वो 5 रोटियां तोड़ के कि ये मनुख दियां जिहड़ियां 5 ज्ञान इंद्रियां नाल तोड़िया जाएगा। यीशु मसीह ने अपने बारे में उदों प्रगट कर दिता सी कि वो तोड़िया जाएगा। ये 5 ज्ञान इंद्रियां नूं दर्शादियां वो 5 रोटियां जिहड़ियां तोड़ियां सी, जदों टुट गईयां फिर हज़ारां दे विच इस्तेमाल होईयां। हालेलुया, यीशु मसीह जदों टुट गया, सारे जगत दे वास्ते एक बरकत दा कारण बन गया, सारे जगत दे वास्ते एक मुक्ति दा कारण बन गया, सारे जगत दे वास्ते एक शांति दा कारण बन गया। अज तुहानूं तोड़िया जा रहा है, अज तुहानूं उबारिया जा रहा है कि तुसीं जगत दे वास्ते शांति दा कारण बन जाओ, वो ब्लैसिंग का कारण बन जाओ, वो जित का कारण बन जाओ, वो तंदुरुस्ती का कारण बन जाओ। क्योंकि जगत कलप रहा, वो दुखों के कलप रहा, वो बीमारियों के कलप रहा, वो छुटकारा देने वाले की आस विच तुहानूं वो पेट बनाया जा रहा। कहंदा यहोवा, हां पढ़ियो, यहोवा टूटे मन वालों के समीप रहता है, टूटे मन वालियां दे नेड़े रहिंदा है, और
पिसे हुओं का उद्धार करता है। पिसे होया दा आधार करदा, जेडे पिस चुके ने, एक बारी पिसना पवेगा, है ना। अजूब दे बारे की कहता, अजूब 23:16, पंजाबी हिंदी उर्दू ते ना। परमेश्वर ने मेरे दिल नू डरू बना दिता अते सर्वशक्तिमान ने मैनू घबरा दिता। हिंदी क्योंकि मेरा मन परमेश्वर ही ने कच्चा कर दिया और सर्वशक्तिमान ही ने मुझको घबरा दिया है। क्योंकि खुदा ने मेरे दिल को बोदा कर डाला है और कादिर मुतलक ने मुझको घबरा दिया है। डरू या एक तर्जमा कोमल कि हर समय क्यों डरू, क्योंकि जशाया 66 की 5 विच दो है, जशाया 66 की 2 विच लिखिया क्यों डरू। इन्ना कोमल इन्हां सबना ने मेरे ही हथ इन्हां सबना नू मेरे ही हथ ने बनाया है। यूं ये सब हो गए यहोवा दा वाक है। मैं अजिहे जन उत्ते निगाह रखांगा, अधीन उत्ते अते निम्र आत्मा वाले उत्ते, जो मेरे बचन तो कम जाता है। यहोवा की ये वाणी है, ये सब वस्तुएं मेरे ही हाथ की बनाई हुई हैं, इसलिए ये सब मेरी ही हैं। परंतु मैं उसी की ओर दृष्टि करूंगा जो दीन और खेदित मन का हो, ਜਿਹੜਾ ਖੇਦਿਤ ਮਨ ਦਾ ਹੋਵੇ, ਕੋਮਲ ਮਨ ਦਾ ਹੋਵੇ, ਟੁੱਟਿਆ ਹੋਇਆ ਹੋਵੇ, ਪਿਸਿਆ ਹੋਇਆ ਹੋਵੇ। ਹਾਂਜੀ, और मेरा वचन सुनकर थरथराता हो। मेरा वचन सुन के थरथराउंदा होवे, डरदा होवे, हर समय डरदे रहना। कहता यहोवा ने मैनू बना दिता इदां दा। ਇਹਦਾ ਮਤਲਬ ਹੈ ਕਿ ਜੇ ਤੁਹਾਡੇ ਜੀਵਨ 'ਚ ਇਸ ਤਰ੍ਹਾਂ ਦਾ ਹੋ ਰਿਹਾ ਤੇ ਫਿਰ ਇਹਦਾ ਮਤਲਬ ਤੁਸੀਂ ਉਹਦੇ ਵਿੱਚ ਪੈ ਚੁੱਕੇ ਜੇ, ਪਤੀਲਿਆਂ ਦੇ ਵਿੱਚ ਪੈ ਚੁੱਕੇ ਜੇ, ਦੇਗਾਂ ਦੇ ਵਿੱਚ ਪੈ ਚੁੱਕੇ ਜੇ। ਤੁਹਾਨੂੰ ਖੁਦਾ ਦੂਜਿਆਂ ਦੇ ਵਾਸਤੇ ਇੱਕ ਸਵਾਦਿਸ਼ਟ ਖਾਣਾ ਬਣਾਉਣ ਜਾ ਰਿਹਾ। ਇਹਦੇ ਵਾਸਤੇ ਫਿਰ ਆਨੰਦਿਤ ਹੋਵੋ ਕਿ ਇਹ ਜਿਹੜਾ ਸੇਕ, ਦੁੱਖਾਂ ਵਾਲਾ ਸੇਕ ਤੁਹਾਨੂੰ ਲੱਗਾ ਹੋਇਆ ਆ, ਦੂਜਿਆਂ ਵਾਸਤੇ ਸਵਾਦਿਸ਼ਟ ਬਣ ਰਹੇ ਜੇ। ਹਾਲੇਲੂਇਆ। फिर इस्तेमाल करेगा, फिर जेड़ा तुहाडे जीवन नू खाएगा आनंदित हो जाएगा। हालेलुया। ये बली असी बनना उबली हुई बली, जदों बली उबल जाती है तो फिर वो नरम हो जाती है, पोली हो जाती है। तुहाडे अंदर फिर अपने आप नम्रता, कठोरता खत्म, पाप वाला सुभाव खत्म, बुराई खत्म। वो बाल बाल के ਉਹਦੇ ਵਿੱਚੋਂ ਸਾਰੇ ਤੱਤ ਕੀ ਕਰ ਦੇਣੇ ਨੇ, ਬਾਹਰ ਕੱਢ ਦੇਣੇ ਨੇ ਕਿ ਉਹਦੇ ਅੰਦਰ ਕੋਈ ਤੱਤ ਰਵੇ ਨਾ, ਪਾਪ ਦਾ ਕੋਈ ਤੱਤ ਰਵੇ ਨਾ, ਬੁਰਾਈ ਦਾ ਕੋਈ ਤੱਤ ਰਵੇ ਨਾ। ਉਹਨਾਂ ਜਿਹੜੀ ਅੱਗ ਰਹੇਗੀ, ਜਦੋਂ ਉਹ ਬੜੀ ਪੱਕ ਗਈ ਫਿਰ ਅੱਗ ਤੋਂ ਪਤੀਲਾ ਕੀ ਕਰ ਦਿੱਤਾ ਜਾਂਦਾ, ਲਾ ਦਿੱਤਾ ਜਾਂਦਾ। ਫਿਰ ਦੁੱਖ ਖਤਮ, फिर एक शांति शांति, आनंद आनंद। हालेलुया। ਇਹਦਾ ਮਤਲਬ ਤੁਹਾਡੀ ਕਠੋਰਤਾ ਨੂੰ ਖਤਮ ਕਰਨ ਦੇ ਵਾਸਤੇ, ਤੁਹਾਡੇ ਅੰਦਰ ਦੇ ਹਰ ਬੁਰਾਈ ਨੂੰ ਖਤਮ ਕਰਨ ਦੇ ਵਾਸਤੇ ਇਹ ਦੁੱਖਾਂ ਦੀ ਅੱਗ ਝੋਕੀ ਹੋਈ ਆ ਕਿ ਤੁਸੀਂ ਇੱਕ ਉਬਲੀ ਹੋਈ ਬਲੀ ਬਣ ਜਾਵੋ, ਉਹ ਨਰਮ ਬਲੀ ਬਣ ਜਾਵੋ, ਉਹ ਸਾਰੀਆਂ ਬੁਰਾਈਆਂ ਤੋਂ ਰਹਿਤ ਬਣ ਜਾਵੋ ਤੇ ਦੂਜਿਆਂ ਦੇ ਵਾਸਤੇ ਇੱਕ ਸਵਾਦਿਸ਼ਟ ਖਾਣਾ ਬਣ ਜਾਵੋ। ਯਿਸੂ ਮਸੀਹ ਨੇ ਕਿਹਾ ਕਿ ਮੈਂ ਜੀਵਨ ਦੀ ਰੋਟੀ ਹਾਂ। ਯਿਸੂ ਮਸੀਹ ਦੂਜਿਆਂ ਵਾਸਤੇ ਜੀਵਨ ਦੀ ਰੋਟੀ ਬਣ ਗਏ ਤੇ ਤੁਹਾਨੂੰ ਵੀ ਰੋਟੀ ਬਣਨਾ ਪੈਣਾ ਹੀ ਆ ਕਿ ਲੋਕ ਤੁਹਾਨੂੰ ਖਾਣ ਤੇ ਤ੍ਰਿਪਤ ਹੋਣ। ਖਾਣ ਤੋਂ ਭਾਵ ਆ ਕਿ ਤੁਹਾਡੀਆਂ ਗੱਲਾਂ ਹੀ ਫਿਰ ਦੂਜਿਆਂ ਨੂੰ ਛੁਟਕਾਰਾ ਦੇਣਗੀਆਂ, ਉਹਨਾਂ ਨੂੰ ਸ਼ਾਂਤੀ ਦੇਣਗੀਆਂ, ਉਹਨਾਂ ਨੂੰ ਸ਼ਿਫਾ ਦੇਣਗੀਆਂ। ਤੁਸੀਂ ਕਹੋਗੇ ਯਿਸੂ ਦੇ ਨਾਮ 'ਚ ਚੰਗਾ ਹੋ ਜਾ, ਉਹ ਚੰਗੇ ਹੋ ਜਾਣਗੇ। कहोगे यीशु दे नाल शांति आ जावे,
वो शांति नाल भर जाणगे। तुसीं कहोगे यीशु दे नाल आज़ाद हो जा, वो आज़ाद हो जाणगे। तुहाडे मूँह चों निकले हुए लफ्ज़ उन्हां नूं आनंदित करनगे, शांति नाल भरनगे। तो इसका मतलब है कि तुहानूं उबली हुई बली बनाया गया है कि तुसीं उबली हुई बली बनना है। तो जब पौलुस भी एक बारी अपने आप को महसूस कर रहा कि उसकी स्वै पहचान जाती रही, कितने वो अमीर ज़्यादा सीगा, पैसे वाला सीगा, पर एक समा कहता असीं जगत के कूड़े वर्गे हाँ, कहता असीं जगत का झाड़न बने हुए हैं, सबना वस्तां का झाड़न बने हुए हैं, कूड़े वर्गे हाँ। कहता तुसीं इज्जत वाले जे असीं बेपंत हाँ, तुहाडी कहता इज्जत हुंदी, आदर हुंदा, साडा निरादर हुंदा, असीं गालियां खा के भी की दिन्ने आ, असीस दिन्ने आ, बरकत दिन्ने आ। मतलब कि वो अपने रूप को दस रहा। यसू मसीह का जो रूप बिगड़ गया, मूसा वर्गिया का महलों में पलन वालिया का जो रूप जाता रहा पहला, इसका मतलब है कि जो तुहानूं चुनिया आ तो पहला रूप रंग रूप सब खत्म हो जाएगा। फिर वो जगह एक नवा आ जाएगा, नवा नवधीर सिंह, नवा डेविड गिल होगा, जिन्होंने लोग भी कहेंगे कि ये वो पुराना नहीं है, ये वो पुराना नहीं, ये नवा हो गया। यीशु मसीह सलीब दिते सी, मरियम रो रही है, यीशु मसीह ने की क्या, वेख मैं सब कुछ नवा करता, मैं सब कुछ नवा। तो इसका मतलब कि सब कुछ नवा हो जाएगा, तुहानूं नवा कर देगा, नवा रूप। जो यीशु मसीह मौत तो नहीं आज्ञाकार रहा, वफादार रहा, फिर परमेश्वर ने उन्हें अत उच्चा किया, फिर वो नाम दिता जिहड़ा सब नामां तो की सीगा उत्तम नाम सी। मूसा जो महला दे सीगा, नौकर हुक्म मानते सन, जिन्ना गलियां चों लंघदा होवेगा लोग हुक्म मानते होणगे, सेना हुक्म मानती होवेगी। जदों पहले वाला रूप खत्म हो गया, हवावां हुक्म मनन लगियां, पानी हुक्म मनन लगे, वो चट्टाना हुक्म मनन लगियां। हालेलुया। अंदर नूं क्या चट्टान नूं बोलिया, फिर हवावां च लाठी हराउंदा सी ते बवां आउंदियां सीगियां। चट्टाना रस्ते दिंदियां सन, समुंदर रस्ते दिंदे सन कि ਇਹਦੇ ਉੱਤੇ ਹੁਣ ਜਿਹੜਾ रूप आ वो ਇਹਦੇ खुदा ਦਾ रूप आ। ਅੱਜ ਤੁਹਾਡੇ ਉੱਤੇ ਉਹੀ रूप ਆਵੇਗਾ जो ਤੁਹਾਡੇ खुदा ਦਾ रूप आ। ਤੇ ਤੁਹਾਨੂੰ ਫਿਰ ਇਸ ਕਰਕੇ ਇਹਨਾਂ ਦੁੱਖਾਂ ਨੂੰ ਵੇਖ ਕੇ ਘਬਰਾਓ ਨਾ, ਤੁਹਾਡੇ ਅੰਦਰ ਦੀ ਬੁਰਾਈ ਨੂੰ ਖਤਮ ਕੀਤਾ ਜਾ ਰਿਹਾ, ਉਬਾਲਿਆ ਜਾ ਰਿਹਾ ਕਿ ਤੁਹਾਡੇ ਅੰਦਰ जो कानवी कठोरता वाले पाप वाले वो की हो जाए बाहर हो, तेरे अंदर एक नरम दिल हो, प्यार करने वाला, हर एक को प्यार करने वाला, जिवें यीशु मसीह ने सब नूं कीता सी, प्यार किया। इस करके तुसीं खुदा दे वास्ते जी अपनी पहचान वाल ना वेखो, खुदी वाल ना देखो, अपने आप को तोड़ दवो, जिथे टुटदे जे टुट जाओ, टुटन तो बाद इस्तेमाल होवोगे, टुटन तो बाद तुहाडा जीवन ब्लैसिंग होवेगा, दूजियां वास्ते भी ब्लैसिंग होवोगे, दूजियां वास्ते भी बरकत होवोगे। क्योंकि जिहड़े एक बार खुदा वास्ते टुट जाते हैं, फिर दूजे लोग, धरती के लोग ਉਹਦੇ ਵਸੀਲੇ ਬਰਕਤ ਪਾਉਂਦੇ ਨੇ। तो आज अपने जीवन पूरी तरह समर्पित कर दवो, बुड़ बढ़ाओ ना, ये ना कहो कि पतीले जो बाहर कर दवो सेक बड़ा है। दूजियां वास्ते तुहाडा जीवन दूजियां वास्ते
ਯਿਸੂ ਮਸੀਹ ਦਾ ਜੀਵਨ ਇਦਾਂ ਦਾ ਸੀ, ਚੇਲਿਆਂ ਦਾ ਜੀਵਨ ਇਦਾਂ ਦਾ ਸੀ, ਰੋਟੀ ਖਾਣ ਨੂੰ ਵੀ ਟਾਈਮ ਨਹੀਂ। ਯਿਸੂ ਮਸੀਹ ਕੀ ਕਹਿੰਦੇ ਹੁੰਦੇ ਸੀ? ਜਿਹੜਾ ਇੱਧਰ ਉੱਧਰ ਹੋ ਕੇ, ਕਿਉਂਕਿ ਭੀੜਾਂ ਆਣ ਘੇਰਦੀਆਂ ਸੀਗੀਆਂ। ਤੁਹਾਡਾ ਜੀਵਨ ਆਪਣੇ ਵਾਸਤੇ ਨਹੀਂ ਆ, ਆਪਣੇ ਪਰਿਵਾਰਾਂ ਵਾਸਤੇ ਨਹੀਂ ਆ, ਦੂਜਿਆਂ ਵਾਸਤੇ, ਪਰਿਵਾਰਾਂ ਵਾਸਤੇ। ਕਹਿਣ ਦਾ ਭਾਵ ਵੀ ਤੁਸੀਂ ਇਹ ਬਹੁਤ ਸਾਰਿਆਂ ਵਾਸਤੇ ਆਸ਼ੀਸ਼ ਦਾ ਕਾਰਨ ਜੇ, ਇੱਕ ਆਪਣੇ ਪਰਿਵਾਰ ਘਰਾਣੇ ਵਾਸਤੇ ਨਹੀਂ, ਭੀੜਾਂ ਵਾਸਤੇ। ਤੁਸੀਂ ਆਮ ਨਹੀਂ ਜੀ। ਇਸ ਸ਼ੈਤਾਨ ਨੇ ਤੁਹਾਡੀਆਂ ਅੱਖਾਂ ਤੇ ਇੱਕ ਪਰਦਾ ਪਾਇਆ ਹੋਇਆ ਕਿ ਨਹੀਂ ਠੀਕ ਆ, ਇੰਨੀ ਕੁ ਕਬੀਲਦਾਰੀ ਚੁੱਕੀ ਜਾ ਬੜੀ। ਵੱਡੀ ਕਬੀਲਦਾਰੀ ਤੁਹਾਡੇ ਲਈ ਰੱਖੀ ਕਿਤੇ ਦੇ ਕਿ ਤੁਹਾਡੇ ਥਰੂ ਹੀ ਕਾਲ ਪੈ ਗਿਆ ਧਰਤੀ ਤੇ। ਏਲੀਆ ਨੂੰ ਆਪਣੀ ਰੋਟੀ ਦਾ ਖੁਦਾ ਨੇ ਕਿਹਾ ਜਾ ਮੈਂ ਵਿਧਵਾ ਨੂੰ ਹੁਕਮ ਦਿੱਤਾ ਹੀ, ਕਹਿੰਦੀ ਇੱਕੋ ਮੋਠੀ ਆਟਾ ਆ, ਤੇ ਤੇਲ ਕਿੰਨਾ ਕਾ? ਤੇਲ ਕਿੰਨਾ ਕੁ ਸੀ? ਇੱਕ ਕੁੱਪੀ। ਕਹਿੰਦਾ ਜਾ ਚੱਕੀ ਲੱਗ ਗਈ ਆ ਪੱਕੀ, ਕੋਲੂ ਫਿੱਟ ਕਰ ਦਿੱਤਾ ਹੀ ਉੱਥੇ, ਨਾ ਤੇਲ ਮੁੱਕੇਗਾ ਤੇ ਨਾ ਆਟਾ ਹੀ ਮੁੱਕੇਗਾ। ਹਾਲੇਲੂਇਆ, ਹਾਲੇਲੂਇਆ। ਉਹ ਤੇ ਉਹਦਾ ਘਰਾਣਾ ਹੀ ਖਾਂਦੇ ਨੇ ਜਿੰਨਾ ਚਿਰ ਕੀ ਸੀਗਾ, ਕਾਲ ਸੀਗਾ। ਦੂਜਿਆਂ ਦੇ ਵਾਸਤੇ, ਪੂਰੇ ਘਰਾਣੇ ਦੇ ਵਾਸਤੇ ਹੀ ਉਹ ਬਰਕਤ ਦਾ ਕਾਰਨ ਬਣ ਗਿਆ। ਕਹਿੰਦਾ ਤੂੰ ਇਕੱਲੇ ਨੇ ਨਹੀਂ ਖਾਣੀ, ਉਹਦੇ ਘਰਾਣੇ ਵਾਸਤੇ ਹੀ ਚੱਕੀ ਫਿੱਟ ਕਰਦੇ ਤੇ ਕੋਲੂ ਫਿੱਟ ਕਰਦੇ। ਉਹਨਾਂ ਚਿਰ ਉੱਤੋਂ ਤੇਲ ਡਿੱਗਦਾ ਰਹੇਗਾ ਜਿੰਨਾ ਚਿਰ ਧਰਤੀ ਤੇ ਕੀ ਰਹੇਗਾ, ਕਾਲ ਰਹੇਗਾ। ਉਹਨਾਂ ਚਿਰ ਚੱਕੀ ਆਪਣੇ ਆਪ ਉਹਦੇ ਵਿੱਚ ਚੱਲਦੀ ਰਹੇਗੀ ਤੇ ਆਟਾ ਡਿੱਗਦਾ ਰਹੇਗਾ ਜਿੰਨਾ ਚਿਰ ਧਰਤੀ ਦੇ ਉੱਤੇ ਕੀ ਆ, ਕਾਲ ਆ। ਤੁਹਾਨੂੰ ਇਸ ਕਰਕੇ ਚੁਣਿਆ ਆ। ਆਪਣੀ ਰੋਟੀ ਦੀ ਚਿੰਤਾ ਛੱਡੋ, ਭੀੜਾਂ ਦੇ ਵਾਸਤੇ, ਹਜ਼ਾਰਾਂ ਲੱਖਾਂ ਦੇ ਵਾਸਤੇ ਦੇ ਤੁਹਾਨੂੰ ਬੜੀਆਂ ਬੜੀਆਂ ਭੀੜਾਂ 'ਚ ਇਸਤੇਮਾਲ ਕਰਨਾ ਖੁਦਾ ਨੇ। ਆਪਣੇ ਆਪ ਨੂੰ ਆਮ ਨਾ ਸਮਝੋ। ਇਸ ਕਰਕੇ ਇਹ ਜਿਹੜੀ ਬਲੀ, ਉਬਲਣ ਵਾਲੀ ਬਲੀ, ਇਹ ਇੱਕ ਸਿਰਫ ਤੁਹਾਡੇ ਅੰਦਰ ਸਵਾਦਿਸ਼ਟ ਖਾਣਾ ਬਣਦੇ ਵਾਸਤੇ। ਇੱਕ ਵਾਰੀ ਸਵਾਦ ਤੋਂ ਰਹਿਤ ਹੋਣਾ ਪੈਂਦਾ, ਫੇਰ ਹੀ ਉਹ 'ਚ ਨਮਕ ਮਸਾਲੇ ਪੈਂਦੇ ਨੇ ਸਵਾਦ ਵਾਲੇ। ਸੋ ਅਜ਼ੀਜ਼ੋ, ਤੁਹਾਡੀ ਸਵੈ ਪਹਿਚਾਣ ਇੱਕ ਵਾਰੀ ਖਤਮ ਹੋਵੇਗੀ, ਖੁਦ ਹੀ ਖਤਮ ਹੋਵੇਗੀ। ਤੁਸੀਂ ਪਹਿਲੇ ਵਾਲੇ ਨਹੀਂ ਰਹਿ ਸਕਦੇ। ਜੇ ਤੁਸੀਂ ਕਹੋ ਕਿ ਪਹਿਲਾ ਵਾਲਾ ਵੀ ਰੁਤਬਾ ਰਵੇ, ਉਸੇ ਤਰ੍ਹਾਂ ਰਹੀਏ ਤੇ ਖੁਦਾ ਲਈ ਇਸਤੇਮਾਲ ਹੋਈਏ, ਫੇਰ ਨਹੀਂ। ਦੋਵੇਂ ਚੀਜ਼ਾਂ ਨਹੀਂ ਹੋ ਸਕਦੀਆਂ। ਇੱਕ ਵਾਰੀ ਪਹਿਲਾਂ ਖਤਮ ਹੋਣਾ, ਇੱਕ ਵਾਰੀ ਸ਼ੂਨੇ ਕਰਨਾ ਉਹਨੇ, ਫਿਰ ਉਸ ਤੋਂ ਬਾਅਦ ਤੁਸੀਂ ਖੁਦ ਹੈਰਾਨ ਹੋ ਜਾਵੋਗੇ। ਫਿਰ ਖੁਦਾ ਦਾ ਜਸ ਗਾਓਗੇ ਤੇ ਉਹਦੀ ਵਡਿਆਈ ਗਾਓਗੇ ਕਿ ਮੇਰਾ ਖੁਦਾ ਸਭ ਕੁਝ ਕਰਨ ਦੇ ਕੀ ਆ ਸਾਮਰਥ ਆ। ਮੇਰਾ ਖੁਦਾ ਜਿੰਨੇ ਮੇਰੇ ਨਾਲ ਵਾਅਦਾ ਕੀਤਾ ਸੀ ਉਹਨੂੰ ਪੂਰਾ ਕਰਨ ਦੇ ਵੀ ਕੀ ਆ। ਯਾਕੂਬ ਨੂੰ ਖੁਦਾ ਨੇ ਕੀ ਕਿਹਾ ਸੀਗਾ, ਉਹਨਾਂ ਚਿਰ ਤੈਨੂੰ ਨਹੀਂ ਛੱਡਾਂਗਾ ਜਿੰਨਾ ਚਿਰ ਮੈਂ ਆਪਣੇ ਕਹੇ ਹੋਏ ਨੂੰ ਤੇਰੇ ਵਿੱਚ ਪੂਰਾ ਨਾ ਕਰ ਦਵਾਂ। ਹਾਲੇਲੂਇਆ, 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 ਹਾਲੇਲੂਇਆ। ਇਹਦਾ ਮਤਲਬ ਆ ਕਿ ਤੁਹਾਡੇ ਜੀਵਨ 'ਚੋਂ ਹਰ ਵਾਅਦਾ ਪੂਰਾ ਹੋਵੇਗਾ ਹੀ ਹੋਵੇਗਾ। ਜਿਸ ਮਕਸਦ ਵਾਸਤੇ ਚੁਣੇ ਗਏ ਨੇ, ਬੁਲਾਏ ਗਏ ਨੇ, ਉਹ ਤੁਹਾਡੇ ਜੀਵਨ 'ਚ ਪੂਰਾ ਹੋਵੇਗਾ ਹੀ ਹੋਵੇਗਾ। ਐਸੀ ਇੱਕ ਵੀ ਗੱਲ ਨਹੀਂ ਜਿਹੜੀ ਬਿਨਾ ਪੂਰੀ ਹੋਈ ਰਹਿ ਜਾਵੇ। ਇਸਰਾਇਲੀ ਜਦੋਂ ਕਨਾਨ ਦੇ ਵਿੱਚ ਪਹੁੰਚ ਗਏ, ਉਹਨਾਂ ਨੂੰ ਕਿਹਾ ਗਿਆ ਕਿ ਹੁਣ ਐਸੀ ਇੱਕ ਵੀ ਗੱਲ ਨਹੀਂ ਜਿਹੜੀ ਖੁਦਾ ਨੇ ਕਹੀ ਸੀ ਤੇ ਉਹ ਪੂਰੀ ਤੁਹਾਡੇ ਜੀਵਨ 'ਚ ਨਹੀਂ ਹੋਈ। ਇਹਦਾ ਮਤਲਬ ਹੈ ਕਿ ਹਰ ਗੱਲ ਤੁਹਾਡੇ ਜੀਵਨ ਦੇ ਵਿੱਚ ਕੀ ਹੋਵੇਗੀ, ਪੂਰੀ ਹੋਵੇਗੀ।
हर गल कोई ऐसी गल नहीं जिहड़ी तुहाडे जीवन च पूरी ना होवे, हर वादा पूरा होवे। बस पौलुस ने जिवें कहा कि दुख होवे सुख होवे हर समय की करते रहो, धन्नवाद करते रहो, क्योंकि उन्हें अपने आप तुहानूं तैयार करना, अपने आप तुहानूं बनाउणा, अपने आप तुहानूं इस्तेमाल करना। ये ना समझो मैनूं कुछ आउंदा नहीं, तुसीं भुल जाओगे कि जबान उही आ, जबान बदल जाएगी, अल्फाज बदल